ਸਾਧ ਸੰਗਤ ਜੀ, ਦੁਨੀਆ ਨੂੰ ਤਾਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਾਕ ਪਟਨ 'ਚ ਜਦੋਂ ਗਏ ਹਨ, ਉੱਥੇ ਬਾਬਾ ਫਰੀਦ ਜੀ ਦਾ ਪੋਤਾ ਚੇਲਾ ਸ਼ੇਖ ਬ੍ਰਹਮ ਰਹਿੰਦਾ ਸੀ, ਜਿਸ ਨੂੰ ਸ਼ੇਖ ਇਬਰਾਹਿਮ ਵੀ ਕਹਿੰਦੇ ਸਨ। ਉਸਨੇ ਸਤਿਗੁਰਾਂ ਨੂੰ ਮਿਲ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਤਰੀਕਾ ਪੁੱਛਿਆ ਅਤੇ ਉਸ ਨੂੰ ਸਮਝਾਉਂਦੇ ਹੋਇਆਂ ਸਤਿਗੁਰਾਂ ਨੇ ਜਗਿਆਸੂ ਰੂਪ ਇਸਤਰੀ ਅਤੇ ਮਹਾਤਮਾ ਰੂਪ ਸਖੀ ਤੋਂ ਭਾਵ ਸਹੇਲੀ, ਮਹਾਤਮਾ ਰੂਪ ਸਖੀ ਦੇ ਸੰਵਾਦ ਦੁਆਰਾ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ। ਆਵੋ ਭੈਣੇ ਗਲ ਮਿਲਹਿ ਅੰਕ ਸਹੇਲੜੀਆਹ। ਹੇ ਭੈਣੋ, ਇਹਦੇ ਵਿੱਚ ਜਗਿਆਸੂ ਜਿਹੜਾ ਹੈ, ਜਿਹਦੇ ਮਨ ਦੇ ਵਿੱਚ ਇੱਛਾ ਪ੍ਰਗਟ ਪੈਦਾ ਹੁੰਦੀ ਨਾਮ ਜਪਣ ਦੀ, ਸਤਸੰਗ ਕਰਨ ਦੀ, ਸੇਵਾ ਕਰਨ ਦੀ, ਜਗਿਆਸੂ ਜੀਵ ਇਸਤਰੀ ਅਤੇ ਮਹਾਤਮਾ ਰੂਪੀ ਸਖੀ ਜਿਹੜੇ ਮਹਾਤਮਾ ਹਨ, ਮਹਾਤਮਾ ਰੂਪੀ ਸਖੀ ਸਹੇਲੀ ਦਾ, ਇਹਨਾਂ ਦਾ ਆਪਸ ਦੇ ਵਿੱਚ ਸੰਵਾਦ, ਗੱਲਬਾਤ, ਇਹ ਮਹਾਰਾਜ ਜੀ ਨੇ ਇਹਦੇ ਵਿੱਚ ਸ਼ਬਦ ਦੇ ਵਿੱਚ ਉਚਾਰਨ ਕੀਤੀ ਹੈ। ਹੇ ਭੈਣੇ, ਆਓ ਅਤੇ ਪ੍ਰੇਮ ਦੇ ਸਹਿਤ ਗਲ ਕੰਠ ਦੇ ਨਾਲ ਮਿਲਣਾ ਕਰੋ, ਗਲ ਦੇ ਨਾਲ। ਅਤੇ ਪਰਮੇਸ਼ਰ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਸਾਰਿਆਂ ਦਾ ਪਤੀ ਹੈ। ਸਭ ਜੀਵ ਰੂਪ ਇਸਤਰੀਆਂ ਆਪਸ ਦੇ ਵਿੱਚ ਭੈਣਾਂ ਦੀ ਨਿਆਈ ਹਨ, ਭੈਣਾਂ ਦੀ ਤਰ੍ਹਾਂ ਹਨ। ਹੇ ਸੰਤ ਸਰੂਪ ਭੈਣੇ, ਆਵੋ ਅਤੇ ਪਰਮੇਸ਼ਰ ਪ੍ਰਾਪਤੀ ਦੀਆਂ ਗੱਲਾਂ ਕਰਨ ਰੂਪ ਗਲੇ ਮਿਲਣਾ ਕਰੋ, ਪਰਮੇਸ਼ਰ ਦੀਆਂ ਗੱਲਾਂ ਕਰੀਏ, ਉਹਦੇ ਸਰੂਪ ਰੂਪੀ ਕੰਠ ਦੇ ਵਿੱਚ ਅਭੇਦ ਨਿਸ਼ਚੇ ਦੀ ਵਿਚਾਰ ਕਰਨ ਰੂਪ ਗਲੇ ਮਿਲਣਾ ਕਰੀਏ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਸ ਤਰ੍ਹਾਂ ਉਹਦੀਆਂ ਗੱਲਾਂ ਕਰੀਏ, ਪਰਮੇਸ਼ਰ ਦੀਆਂ ਜਸ ਦੀਆਂ ਵਿਚਾਰ ਕਰੀਏ। ਆਓ ਭੈਣੋ, ਇਸ ਤਰ੍ਹਾਂ ਆਪਾਂ ਗਲ ਮਿਲਣਾ ਕਰੀਏ, ਕਿਉਂਕਿ ਤੁਸੀਂ ਮੇਰੇ ਅੰਗ ਪਿਆਰੇ ਪਤੀ ਅਕਾਲ ਪੁਰਖ ਦੀਆਂ ਸਹੇਲੀਆਂ ਹੋ। ਕਿ ਮਹਾਤਮਾ ਨੂੰ ਕਹਿੰਦੀ ਜੀਵ ਰੂਪ ਜਗਿਆਸੂ ਰੂਪ ਇਸਤਰੀ ਵੀ ਤੁਸੀਂ ਮੇਰੇ ਪਤੀ ਅਕਾਲ ਪੁਰਖ ਦੀਆਂ ਸਹੇਲੀਆਂ ਹੋ, ਸਖੀਆਂ ਹੋ। ਅੰਕ ਹਿਰਦੇ ਦੀਆਂ ਸੱਜ ਸਹੇੜੀਆਂ ਸਹੇਲੀਆਂ ਹੋ। ਮਿਲ ਕੇ ਕਰਹਿ ਕਹਾਣੀਆਂ ਸਮਰਥ ਕੰਤ ਕੀਆਹ। ਉਸ ਪਿਆਰੇ ਸਮਰਥ ਸਰਬ ਸ਼ਕਤੀਮਾਨ ਕੰਤ ਤੋਂ ਭਾਵ ਪਤੀ ਪਰਮੇਸ਼ਰ ਕੀਆ ਹੋ, ਉਸ ਪਤੀ ਪਰਮੇਸ਼ਰ ਦੀਆਂ ਆਪਾਂ ਮਿਲ ਕੇ ਕਰੇ ਕਹਾਣੀਆਂ, ਕਥਾਵਾਂ ਕਰੀਏ, ਜਿੱਥੇ ਸਾਰੇ ਕੰਤ ਤੋਂ ਭਾਵ ਸੁੱਖਾਂ ਦੀਆਂ ਇੱਛਾਵਾਂ, ਅੰਤ ਸੁੱਖਾਂ ਦੀਆਂ ਇੱਛਾਵਾਂ ਦਾ ਅੰਤ ਹੋ ਜਾਂਦਾ ਹੈ। ਭਾਵ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਹੋਰ ਸੁੱਖ ਦੀ ਇੱਛਾ ਨਹੀਂ ਰਹਿ ਜਾਂਦੀ। ਫਿਰ ਐਸੇ ਸਮਰੱਥ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਮਿਲ ਕੇ ਕਥਾ ਕਹਾਣੀਆਂ ਕਰੀਏ। ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ। ਉਸ ਸਾਚੇ ਸਤ ਸਰੂਪ ਸਾਹਿਬ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਾਰੇ ਗੁਣ ਹਨ। ਕਿਸੇ ਦੇ ਵਿੱਚ ਇੱਕ ਗੁਣ ਹੁੰਦਾ, ਕਿਸੇ ਦੇ ਵਿੱਚ ਦੋ ਗੁਣ ਹੁੰਦੇ, ਕਿਸੇ ਦੇ ਪਾਸ ਵਿਦਿਆ ਦਾ ਗੁਣ ਹੈ, ਕਿਸੇ ਦੇ ਪਾਸ ਕੋਈ ਗੁਣ ਹੈ, ਕਿਸੇ ਦੇ ਪਾਸ ਇੱਕ ਹੋਵੇਗਾ, ਦੋ ਹੋਵੇਗਾ, ਪਰ ਵਾਹਿਗੁਰੂ ਪਰਮੇਸ਼ਰ ਦੇ ਪਾਸ ਸਾਰੇ ਹੀ ਗੁਣ ਹਨ। ਸਾਰੇ ਗੁਣ ਹਨ ਜੋ ਤ੍ਰੈਕਾਲ ਨਾਸ ਰਹਿਤ ਹੈ। ਇਉਂ ਕਹੀਏ ਕਿ ਸਾਡੇ ਵਿੱਚ ਤਾਂ ਸਭ ਔਗਣ ਹੀ ਹਨ ਮਹਾਰਾਜ ਜੀ, ਕੋਈ ਗੁਣ ਨਹੀਂ ਹੈ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਮਹਾਰਾਜ ਜੀ, ਸਾਡੇ ਵਿੱਚ ਤਾਂ ਕੋਈ ਗੁਣ ਨਹੀਂ ਹੈ, ਔਗਣ ਹੀ ਔਗਣ ਹਨ। ਸਾਡੇ ਔਗਣਾਂ ਨੂੰ ਮਹਾਰਾਜ ਜੀ ਚਿਤਾਰਨਾ ਨਾ ਕਰਿਓ। ਔਗਣਾਂ ਨੂੰ ਜੇ ਚਿਤਾਰਨਾ ਕੀਤਾ, ਜੇ ਲੇਖਾ ਕੀਤਾ ਤਾਂ ਸਾਡਾ ਫਿਰ ਛੁਟਕਾਰਾ ਨਹੀਂ, ਕਿਉਂਕਿ ਅਸੀਂ ਔਗਣ ਇਸ ਤਰ੍ਹਾਂ ਕੀਤੇ ਹਨ। ਹੇ ਮਹਾਰਾਜ ਜੀ, ਸਭ ਸਾਡੇ ਵਿੱਚ ਔਗਣ ਹਨ, ਕੋਈ ਵੀ ਸ਼ੁਭ ਗੁਣ ਨਹੀਂ ਹੈ।
कोई गुण नहीं है, गुण छड्ड के अपने औगुणां दा विख्यान करना है। कोई करदा, कोई नहीं करदा। अपने औगुण दसदा किसी नूं नहीं दसदा, अगला छुपा करके रखदा है, मेरे च ये कमी है। काम ना बिसरियो, क्रोध ना बिसरियो, लोभ ना छूटियो देवा, पर निंदा मुक्ते नहीं छूटी, निफल पई सब सेवा। ना काम छड्डिया विसरिया, ना क्रोध विसरिया, ना लोभ लालच जिहड़ा है ये विसरिया है, और पर निंदिया करनी दूसरे दी ये नहीं छुट्टी। छूटी निफल भई सब सेवा, फिर सब सेवा जिहड़ी कीती वो भी निफल हो गई। यो बेनती करिए कि महाराज जी करता सब को तेरा जोर, हे करता अकाल पुरख वाहिगुरु परमेश्वर जी, सब कोई तेरे जोर बल दे नाल स्थित है। सब जगत जन तेरे जोर बल दे नाल ही हन, भाव तेरे जोर नाल ही सब दे प्राण चलते हैं। हे वाहिगुरु, भाव जिउंदे जागदे हन, तुरदे फिरदे हन, कोई मुर्दा कुछ नहीं कर सकता। हे करता अकाल पुरख, जिन्हां भी सारियां नूं परमारथ दे व्यवहारिक ज्ञान है, वो सब तेरे ही बल दा सदका है। भाव ये ज्ञान आप जी दा बख्शिया होया है। एक शब्द विचारिए जा तू ता क्या होर। हे करता अकाल पुरख वाहिगुरु परमेश्वर, जेकर तेरे एक शब्द की विचार करिए, हे करता पुरख अकाल पुरख, जे एको शब्द गुरु उपदेश की विचार करिए, एक शब्द ब्रह्म की विचार करिए, जद तू सानू प्राप्त हो जावें। हे वाहिगुरु परमेश्वर, जद तू सानू प्राप्त हो जावें तो होर किसी नूं मिलण की लोड़ है? जिन्हों परमेश्वर मिल पैंदा उन्हों किसी होर की लोड़ नहीं। जदों तू सानू प्राप्त हो गया है वाहिगुरु परमेश्वर, तो सानू होर किसी देवी देवते की उपासना करन की लोड़ नहीं, किसी पखंडियां दे पास जाण की लोड़ नहीं। जदों तू सानू प्राप्त हो गया है तो साडे अंदर द्वैत जां वासना दियां आद नहीं रहणगियां। रहाओ। फिर विश्राम दे करके महाराज साहब जी फरमाउंदे हन, जाए पुछो सोहागणी, तुसी राविया किनी गुणी। जाके परमेश्वर की प्राप्ति वालियां संत रूप सुहागणी सुहागवंतियां नूं पुछिए, जिन्हां नूं प्रभु की प्राप्ति हुई है, कि तुसीं किन्नी गुणी किहड़े गुणां द्वारा परमेश्वर पति दे आनंद नूं राविया माणिया है। तां उत्तर दे विच कहणगियां फिर, सहज संतोख सिगारिया, मिठा बोलणी। हे सखियो, असी सहज शांति धर्म धीरज ज्ञान ते संतोख इन्हां शुभ गुणा रूपी सिगारिया शिंगारा दे सहित हो करके ते मिठा प्यारे बचन बोलनी, प्यारे बचन बोल करके मिठे बचन बोल करके प्रभुपति परमेश्वर की प्राप्ति के आनंद नूं माणिया है। गुरु महाराज जी प्रभु प्राप्ति के साधना दे विच मिठा बोलना की महत्ता दसदे हन। महाराज जी मिठत नीवी नानका गुण चंगियाइयां तत, फिर रिसालू ता मिलै, जा गुर का शब्द सुनी। हे सखियो, जो फिर पति परमेश्वर रिसालू सुंदर रसां दा घर है, ਉਹ ਤਦ ਹੀ ਮਿਲਦਾ ਹੈ, ਉਦੋਂ ਹੀ ਮਿਲਦਾ ਹੈ ਜਾਂ ਜੇਕਰ ਗੁਰੂ ਸਤਿਗੁਰ ਦਾ ਸ਼ਬਦ ਉਪਦੇਸ਼ ਸੁਣੀ, ਗੁਰੂ ਦੇ ਉਪਦੇਸ਼ ਨੂੰ ਸ਼ਰਵਣ ਕਰੀਏ, ਸ਼ਰਧਾ ਤੇ ਭਰੋਸੇ ਰੂਪੀ ਕੰਨਾਂ ਦੁਆਰਾ, ਸ਼ਰਧਾ ਦੇ ਨਾਲ ਭਰੋਸੇ ਦੇ ਨਾਲ
ਸ਼ਰਧਾ ਅਤੇ ਭਰੋਸੇ ਰੂਪੀ ਕੰਨਾਂ ਦੁਆਰਾ ਜਦੋਂ ਗੁਰੂ ਦਾ ਸ਼ਬਦ ਸੁਣੀਦਾ ਹੈ, ਭਾਵ ਗੁਰੂ ਸ਼ਬਦ ਨੂੰ ਕੰਨਾਂ ਦੇ ਨਾਲ ਸ਼ਰਵਣ ਕਰੀਏ, ਮਨ ਦੇ ਸੰਕਲਪਾਂ ਦੇ ਨਾਲ ਸ਼ਰਵਣ ਕਰੀਏ, ਜਿਸ ਨਾਲ ਮਨ ਅੰਦਰ ਅਜਪਾ ਜਾਪ ਪ੍ਰਗਟ ਹੋ ਜਾਵੇ। ਫਿਰ ਪਾਰਸ ਕਲਾ ਦੀ ਨਿਆਈ ਮਨ, ਬੁੱਧੀ, ਚਿੱਤ, ਅਹੰਕਾਰ, ਅੰਤःਕਰਣ ਦੇ ਵਿੱਚ ਬ੍ਰਹਮ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਕੇਤੀਆ ਤੇਰੀਆ ਕੁਦਰਤੀ, ਕੇਵੜ ਤੇਰੀ ਦਾਤ। ਹੇ ਵਾਹਿਗੁਰੂ ਪਰਮੇਸ਼ਰ, ਤੇਰੀਆਂ ਕੁਦਰਤੀ ਸ਼ਕਤੀਆਂ ਕੇਤੀਆਂ ਕਿੰਨੀਆਂ ਹੀ ਹਨ, ਭਾਵ ਬੇਅੰਤ ਹਨ। ਬੇਅੰਤ ਤੋਂ ਭਾਵ ਜਿਹਦਾ ਅੰਤ ਨਹੀਂ, ਕੋਈ ਗਿਣਤੀ ਨਹੀਂ, ਬੇਅੰਤ ਹਨ। ਕੇਤੀਆਂ ਕਿੰਨੀਆਂ ਹੀ ਤੇਰੀਆਂ ਕੁਦਰਤੀ ਸ਼ਕਤੀਆਂ ਹਨ, ਜਿਵੇਂ ਲక్ష్ਮੀ, ਸਰਸਵਤੀ, ਬ੍ਰਾਹਮਣੀ, ਅਤੇ ਕੇਵੜ ਕਿੱਡੀ ਵੱਡੀ ਤੇਰੀ ਦਾਤ ਹੈ, ਭਾਵ ਬੇਅੰਤ ਹੈ। ਜਿਵੇਂ ਆਪਣੀਆਂ ਦਾਤਾਂ ਦੁਆਰਾ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ, ਪਾਲਣਾ ਕਰਦਾ ਹੈ, ਗਿਆਨ ਜਾਂ ਪਰਮਾਰਥ ਬ੍ਰਹਮ ਵਿਦਿਆ ਜਾਂ ਭਗਤੀ ਦੀਆਂ ਬਖਸ਼ਿਸ਼ਾਂ ਕਰਦਾ ਹੈ। ਕੇਤੇ ਤੇਰੇ ਜੀ ਜੰਤ, ਸਿਫਤ ਕਰ ਹੈ ਦਿਨ ਰਾਤ। ਹੇ ਵਾਹਿਗੁਰੂ ਪਰਮੇਸ਼ਰ, ਕੇਤੇ ਕਿਤਨੇ ਹੀ ਤੁਹਾਡੇ ਤੇਰੇ ਪੈਦਾ ਕੀਤੇ ਹੋਏ ਜੀਵ ਅਸਥੂਲ ਅਤੇ ਜੰਤ ਸੂਖਮ ਜੀਵ ਹਨ, ਬੜੇ ਬਰੀਕ ਹਨ, ਜਿਹੜੇ ਦਿਖਦੇ ਨਹੀਂ, ਔਰ ਬਹੁਤ ਵੱਡੇ ਹਨ। ਕਿਤਨੇ ਤੇਰੇ ਜੀਵ ਪੈਦਾ ਕੀਤੇ, ਭਾਵ ਕੀੜੇ ਤੋਂ ਲੈ ਕਰਕੇ ਹਾਥੀ ਵਰਗੇ ਜੀਵ ਪੈਦਾ ਕੀਤੇ ਹਨ। ਇਹ ਕਰੋੜਾਂ ਜੀਵ ਦਿਨ ਰਾਤ ਤੇਰੀ ਆਪੋ ਆਪਣੀ ਬੋਲੀ ਅਤੇ ਸਮਝ ਅਨੁਸਾਰ, ਆਪੋ ਆਪਣੀ ਬੋਲੀ ਦੇ ਸਮਝ ਦੇ ਅਨੁਸਾਰ ਇਹ ਜੀਵ ਜਿਹੜੇ ਹਨ ਵਡਿਆਈ ਕਰ ਰਹੇ ਹਨ ਤੇਰੀ ਵਾਹਿਗੁਰੂ ਪਰਮੇਸ਼ਰ। ਹੇ ਪ੍ਰਭੂ, ਸਾਰੇ ਜੀਵ ਤੈਨੂੰ ਚੇਤੇ ਕਰ ਰਹੇ ਹਨ। ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ। ਹੇ ਵਾਹਿਗੁਰੂ ਪਰਮੇਸ਼ਰ ਪ੍ਰਭੂ ਜੀ, ਕਿਤਨੇ ਹੀ ਤੇਰੇ ਜੀਵ ਹਨ ਪੈਦਾ ਕੀਤੇ, ਜਿਨ੍ਹਾਂ ਦੇ ਅਲੱਗ-ਅਲੱਗ ਰੰਗ ਹਨ, ਭਾਂਤ ਭਾਂਤ ਦੇ। ਤੂੰ ਆਪਣੇ ਕਿਤਨੇ ਹੀ ਰੂਪ ਆਕਾਰ ਬਣਾਏ ਹੋਏ ਹਨ। ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਪੀਲਾ ਹੈ ਜੀਵ, ਕੋਈ ਚਿੱਟਾ ਹੈ, ਕਿਸੇ ਦਾ ਕੋਈ ਰੰਗ ਹੈ। ਕਿਤਨੇ ਹੀ ਪਰਮੇਸ਼ਰ ਤੇਰੇ ਜੀਵ ਪੈਦਾ ਕੀਤੇ ਹੋਏ, ਅਤੇ ਕਿੰਨੇ ਉਹਨਾਂ ਦੇ ਵਿੱਚ ਰੰਗ ਭਰੇ ਹੋਏ। ਆਦਿ ਅਨੇਕਾਂ ਰੰਗਾਂ ਦੇ ਹਨ। ਕਿਤੇ ਰਾਮ ਚੰਦਰ ਜੀ, ਕਿਤਨੇ ਸ਼੍ਰੀ ਰਾਮ ਚੰਦਰ ਜੀ ਹਨ, ਕਿਤਨੇ ਕ੍ਰਿਸ਼ਨ ਜੀ ਹਨ, ਕਿਤੇ ਨਰਸਿੰਘ ਜੀ, ਕਿਤੇ ਮੱਛ ਬਰਾਦ ਰੂਪ ਬਣਾਏ ਹਨ, ਜਿਨ੍ਹਾਂ ਅਵਤਾਰਾਂ ਨੇ ਸੰਸਾਰ 'ਤੇ ਆ ਕਰਕੇ ਭਗਤਾਂ ਦੀ ਰੱਖਿਆ ਕੀਤੀ ਹੈ। ਕਿਤੇ ਕਿਤਨੇ ਚੰਗੀਆਂ ਜਾਤਾਂ ਹਨ, ਕਿੰਨੇ ਅਜਾਤ। ਕਿਤਨੇ ਹੀ ਲੋਕੀ ਕਹਿ ਦਿੰਦੇ ਇਹ ਚੰਗੀ ਜਾਤ ਹੈ। ਜਾਤਾਂ ਲੋਕਾਂ ਨੇ ਬਣਾਈਆਂ ਸਾਧ ਸੰਗਤ ਜੀ, ਕੋਈ ਕਹਿੰਦਾ ਨੀਵੀਂ ਜਾਤ ਹੈ, ਕੋਈ ਕਹਿੰਦਾ ਉੱਚੀ ਜਾਤ ਦੇ ਅਸੀਂ, ਕੋਈ ਕਹਿੰਦਾ ਨੀਵੀਂ ਜਾਤ ਦੇ। ਸਭ ਦੀ ਆਪੋ ਆਪਣੀ ਸੋਚ ਬਣਾ ਦਿੱਤੀ। ਕਿਤਨੇ ਜਾਤ ਗਿਆਤ ਵਾਲੇ, ਕਿੰਨੇ ਅਜਾਤ ਅਗਿਆਤ ਵਾਲੇ, ਕਿੰਨੇ ਗਿਆਨ ਵਾਲੇ ਹਨ, ਕਿੰਨੇ ਅਗਿਆਨ ਵਾਲੇ ਹਨ। ਗਿਆਨ ਵਾਲੇ ਚੇਤਨ ਅਤੇ ਕਿੰਨੇ ਅਜਾਤ ਜੜ ਹਨ। ਸੱਚ ਮਿਲੈ ਸੱਚ ਊਪਜੈ, ਸੱਚ ਮਹਿ ਸਾਚ ਸਮਾਏ। ਜੇਕਰ ਸੱਚ, ਸੱਚਾ ਨਾਮ ਗੁਰੂ ਦੁਆਰਾ ਮਿਲ ਜਾਵੇ, ਸੱਚਾ ਨਾਮ ਗੁਰੂ ਦੁਆਰਾ ਮਿਲ ਜਾਵੇ। ਸੱਚਾ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਕਰਕੇ, ਖੰਡੇ ਬਾਟੇ ਦੀ ਪਹੁਲ ਛਕ ਕਰਕੇ। ਅਤੇ ਕਈ ਸੱਜਣ ਮਿਲਦੇ, ਕਹਿੰਦੇ ਕਿਸ ਤਰ੍ਹਾਂ ਨਾਮ ਜਪੀਏ, ਕਿਸ ਤਰ੍ਹਾਂ ਨਾਮਦਾਨ ਲਈਏ। ਹੋਰ ਕਿਹਦੇ ਪਾਸੋਂ ਲੈਣਾ ਹੈ ਸਾਧ ਸੰਗਤ ਜੀ ਨਾਮ ਦਾ? ਕਿਹਦੇ ਪਾਸੋਂ ਲੈਣਾ? ਮਹਾਰਾਜ ਜੀ ਨੇ ਦੱਸ ਹੀ ਦਿੱਤਾ, 50 ਪਿਆਰਿਆਂ ਦੇ ਪਾਸ ਜਾ ਕਰਕੇ, ਖੰਡੇ ਬਾਟੇ ਦੀ ਪਹੁਲ ਛਕ ਕਰਕੇ
ਨਾਮਦਾਨ ਦੀ ਪ੍ਰਾਪਤੀ ਹੁੰਦੀ ਹੈ। ਪੰਜਾਂ ਪਿਆਰਿਆਂ ਤੋਂ ਨਾਮਦਾਨ ਲੈਣਾ ਹੈ, ਹੋਰ ਕਿਸੇ ਪਖੰਡੀਆਂ ਦੇ ਪਾਸ ਜਾਣ ਦੀ ਲੋੜ ਨਹੀਂ। ਜੇਕਰ ਸੱਚਾ ਨਾਮ ਗੁਰੂ ਦੇ ਦੁਆਰਾ ਮਿਲ ਜਾਵੇ, ਤੇ ਗੁਰੂ ਹੀ ਦੱਸਦਾ ਹੈ ਵੀ ਸੱਚਾ ਨਾਮ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ, ਵੀ ਕਿਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਦੱਸ ਦਿੱਤਾ। 10ਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਪੰਜਾਂ ਬਾਣੀਆਂ ਦਾ ਪਾਠ ਕਰਨਾ ਹੈ, ਸੁਬਾਹ ਨੂੰ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ, ਕੀਰਤਨ ਸੋਹਲੇ ਦਾ ਪਾਠ ਕਰਨਾ, ਸੌਣ ਸਮੇਂ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਨਾ। ਹੋਰ ਕਿਹਦੇ ਪਾਸੋਂ ਸਾਧ ਸੰਗਤ ਜੀ ਪੁੱਛਣ ਦੀ ਲੋੜ ਹੈ, ਕਿਸੇ ਹੋਰ ਦੇ ਪਾਸ ਨਾਮਦਾਨ ਲੈਣ ਦੀ ਲੋੜ ਹੈ। ਪੰਜਾਂ ਪਿਆਰਿਆਂ ਦੇ ਪਾਸੋਂ ਨਾਮ ਲੈਣਾ ਚਾਹੀਦਾ। ਇਹ ਮਹਾਰਾਜ ਜੀ ਨੇ ਦੱਸ ਦਿੱਤਾ ਖੰਡੇ ਬਾਟੇ ਦੀ ਪੌਲ ਛਕ ਕਰਕੇ। ਕਈ ਪੁੱਛਦੇ ਹਨ ਵੀ ਕਿਸ ਤਰ੍ਹਾਂ ਨਾਮਦਾਨ ਲਈਏ, ਕਿਸ ਤਰ੍ਹਾਂ ਨਾਮ ਜਪੀਏ। ਜੇਕਰ ਸੱਚਾ ਨਾਮ ਗੁਰੂ ਦੁਆਰਾ ਮਿਲ ਜਾਵੇ ਤਾਂ ਹਿਰਦੇ 'ਚ ਫਿਰ ਸੱਚ ਪੈਦਾ ਹੋ ਜਾਂਦਾ ਹੈ। ਫਿਰ ਸ਼ਰਵਣ ਮੰਨਣ ਨਿਧਿਆਸਨ ਦੁਆਰਾ ਸੱਚੇ ਨਾਮ ਦਾ ਨਿਸ਼ਚਾ ਹੋ ਕੇ ਬ੍ਰਹਮ 'ਚ ਸਮਾ ਜਾਂਦਾ ਹੈ ਜੀਵ। ਜਿਸ ਤਰ੍ਹਾਂ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੇ ਸਮਾਈਆ, ਜਲ ਦੇ ਵਿੱਚੋਂ ਪਾਣੀ ਦੇ ਵਿੱਚੋਂ ਬੁਲਬੁਲਾ ਉੱਠਦਾ ਨਾ, ਉਹ ਬੁਲਬੁਲਾ ਉਹਦੇ ਵਿੱਚ ਹੀ ਫਿਰ ਸਮਾ ਜਾਂਦਾ ਹੈ। ਜਿਸ ਤਰ੍ਹਾਂ ਲਹਿਰਾਂ ਉੱਠਦੀਆਂ ਨਦੀ ਦੇ ਸਮੁੰਦਰ ਦੇ ਵਿੱਚੋਂ, ਉਹ ਲਹਿਰਾਂ ਉੱਠ ਕਰਕੇ ਫਿਰ ਉਹਦੇ ਵਿੱਚ ਹੀ ਸਮਾ ਜਾਂਦੀਆਂ। ਇਸ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਹਨ ਉਹ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕਰਕੇ ਉਹਦੇ ਵਿੱਚ ਹੀ ਸਮਾ ਜਾਂਦੇ ਹਨ, ਉਹਦਾ ਹੀ ਰੂਪ ਹੋ ਜਾਂਦੇ ਹਨ। ਸੁਰਤ ਹੋਵੇ ਪਤ ਊਗਵੈ, ਗੁਰ ਬਚਨੀ ਭਾਉ ਖਾਏ। ਜੇ ਚੰਗੀ ਸੁਰਤ ਗਿਆਤ ਹੋਵੇ ਤਾਂ ਪਰਮਾਰਥ ਦੀ ਪ੍ਰਾਪਤੀ ਨਿਰਵਿਕਾਰ ਜੀਵਨ 'ਚ ਉਗਵੈ ਤੋਂ ਭਾਵ ਉਤਪੰਨ ਹੁੰਦੀ ਹੈ। ਪਰਮੇਸ਼ਰ ਦੀ ਭਗਤੀ ਵਾਲਾ ਰਾਹ ਜਿਹੜਾ ਹੈ ਪਰਮਾਰਥ, ਪਰਲੋਕ ਦੇ ਵਿੱਚ ਪਤ ਇੱਜ਼ਤ ਦੀ ਪ੍ਰਾਪਤੀ ਰੂਪ ਦਾਤ ਮਿਲਦੀ ਹੈ। ਪਰਲੋਕ ਦੇ ਵਿੱਚ ਇੱਜ਼ਤ ਹੁੰਦੀ ਹੈ। ਅਤੇ ਨਹੀਂ ਤਾਂ ਜਿਹੜੇ ਨਾਮ ਨਹੀਂ ਜਪਦੇ ਹਨ ਉਹਨਾਂ ਦਾ ਫਿਰ ਚੰਗੀ ਤਰ੍ਹਾਂ ਉਹਨਾਂ ਨੂੰ ਧੂ ਕਰਕੇ ਨਰਕਾਂ ਦੇ ਵਿੱਚ ਸੁੱਟਿਆ ਜਾਂਦਾ। ਉਹਨਾਂ ਦਾ ਆਦਰ ਸਤਿਕਾਰ ਮਾਣ ਨਹੀਂ ਹੁੰਦਾ, ਇਸ ਲੋਕ 'ਤੇ ਵੀ ਨਹੀਂ ਹੁੰਦਾ। ਲੋਕ ਕਹਿੰਦੇ ਬੜਾ ਪਾਪੀ ਹੈ, ਕਦੇ ਨਾਮ ਨਹੀਂ ਜਪਿਆ, ਕੋਈ ਚੰਗਾ ਕਰਮ ਨਹੀਂ ਕੀਤਾ, ਸਤਸੰਗ ਨਹੀਂ ਕੀਤੀ। ਇੱਥੇ ਵੀ ਲੋਕ ਉਹਨੂੰ ਲਾਹਨਤਾਂ ਪਾਉਂਦੇ ਹਨ, ਇੱਥੇ ਵੀ ਨਿਰਾਦਰ ਹੁੰਦਾ, ਅਪਮਾਨ ਹੁੰਦਾ। ਕਿ ਜਿਹੜੇ ਭਗਤੀ ਕਰਨ ਵਾਲੇ ਹਨ ਨਾ, ਨਾਮ ਜਪਣ ਵਾਲੇ, ਉਹ ਫਿਰ ਲਾਗੇ ਨਹੀਂ ਬਿਠਾਉਂਦੇ। ਅਤੇ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਫਰਮਾਉਂਦੇ ਹਨ, ਨਿਗੁਰੇ ਕਾ ਹੈ ਨਾਮ ਬੁਰਾ, ਜਿਹਨੇ ਗੁਰੂ ਨਹੀਂ ਧਾਰਨ ਕੀਤਾ ਉਹਦਾ ਨਾਮ ਵੀ ਬੁਰਾ ਹੈ। ਔਰ ਜਿਹੜੇ ਗੁਰੂ ਤੋਂ ਟੁੱਟ ਗਏ, ਸਾਗਤ ਸੰਗ ਨਾ ਕੀਜੀਏ, ਕਹਿੰਦੇ ਸਾਗਤ ਦਾ ਸੰਗ ਨਾ ਕਰੋ, ਦੂਰੋਂ ਹੀ ਭੱਜ ਜਾਓ। ਤੋ ਸੁਰਤ ਹੋਵੇ ਪਤ ਊਗਵੈ, ਗੁਰ ਬਚਨੀ ਭਉ ਖਾਏ। ਜੇ ਚੰਗੀ ਸੁਰਤ ਗਿਆਤ ਹੋਵੇ ਤਾਂ ਪਰਮਾਰਥ ਦੀ ਪ੍ਰਾਪਤੀ ਨਿਰਵਿਕਾਰ ਜੀਵਨ 'ਚ ਉਗਵੈ ਉਤਪੰਨ ਹੁੰਦੀ ਹੈ। ਪਰਲੋਕ ਦੇ ਵਿੱਚ ਪਤ ਇੱਜ਼ਤ ਦੀ ਪ੍ਰਾਪਤੀ ਦੀ ਦਾਤ ਮਿਲਦੀ ਹੈ। ਅਤੇ ਗੁਰਬਚਨੀ ਗੁਰੂ ਬਚਨਾਂ ਦੁਆਰਾ ਤਾਰ ਕੇ ਪ੍ਰਭੂ ਦਾ ਸਿਮਰਨ ਕਰੇ। ਜਦੋਂ ਗੁਰੂ ਦੇ ਬਚਨਾਂ ਨੂੰ ਮੰਨ ਕਰਕੇ ਪ੍ਰਭੂ ਦਾ ਸਿਮਰਨ ਕਰੇ ਤਾਂ ਸ਼ਰਵਣ ਮੰਨਣ ਅਤੇ ਨਿਧਿਆਸਨ ਕਰਕੇ ਜਮਾ ਦਾ ਭਉ ਡਰ ਜਿਹੜਾ ਹੈ ਨਾਸ਼ ਹੋ ਜਾਂਦਾ ਹੈ। ਫਿਰ ਤਤ ਪਦ ਦਾ ਸੰਸ਼ੋਧਨ ਕਰਕੇ ਸੱਚ ਦੇ ਵਿੱਚ ਬਿਰਤੀ ਸਮਾ ਜਾਂਦੀ ਹੈ। ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ। ਸਤਿਗੁਰ ਮਹਾਰਾਜ ਜੀ ਫਰਮਾਉਂਦੇ ਹਨ ਕਿ ਸੱਚਾ ਸਤ ਸਰੂਪ ਪਰਮੇਸ਼ਰ ਜੋ ਸੱਚਾ ਪਾਤਸ਼ਾਹ ਦਾ ਪਾਤਸ਼ਾਹ ਹੈ। ਇੱਕ ਹੁੰਦਾ ਨਾ ਬਾਦਸ਼ਾਹ। ਇੱਕ ਵਾਰ ਜਹਾਂਗੀਰ ਨੇ ਵੀ ਸ਼ੰਕਾ ਕੀਤੀ, ਕਹਿਣ ਲੱਗਿਆ ਤੁਹਾਨੂੰ ਲੋਕ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ। ਮਹਾਰਾਜ ਜੀ ਨੇ ਆਖਿਆ ਇਹ ਸਿੱਖ ਕਹਿੰਦੇ ਹਨ, ਅਸੀਂ ਤਾਂ ਨਹੀਂ ਕਿਸੇ ਨੂੰ ਕਿਹਾ, ਤੁਹਾਨੂੰ ਗੁਰੂ ਕਹਾਉਣਾ ਬਣਦਾ ਹੈ। ਕਹਿਣ ਲੱਗਿਆ ਸੱਚਾ ਪਾਤਸ਼ਾਹ ਕਹਾਉਣਾ ਨਹੀਂ ਬਣਦਾ, ਬਾਦਸ਼ਾਹ ਤਾਂ ਮੈਂ ਹਾਂ ਕਹਿੰਦਾ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ, ਬਾਦਸ਼ਾਹ ਦੇ ਬਾਦਸ਼ਾਹ ਹਨ। ਉਹਨੂੰ ਪਤਾ ਲੱਗ ਗਿਆ ਜਦੋਂ ਫਿਰ
एक सिख आया, उसने पुछया ना सच्चे पातशाह जी कित्थे हन? घा लै करके घाही। ਉਹਦੇ ਸਿਪਾਹੀਆਂ ਨੇ ਸੋਚਿਆ ਜਹਾਂਗੀਰ ਦੇ ਵੀ ਇਹ ਸਾਡੇ ਬਾਦਸ਼ਾਹ ਨੂੰ ਕਹਿ ਰਿਹਾ ਕਿਤੇ, ਉਹਨਾਂ ਉਹਦੇ ਕੋਲ ਭੇਜ ਦਿੱਤਾ ਹੈ। ਉਹ ਗਿਆ, ਜਾ ਕਰਕੇ ਟਕਾ ਰੱਖ ਕੇ ਮੱਥਾ ਟੇਕਿਆ ਜਹਾਂਗੀਰ ਨੂੰ, ਕਹਿਣ ਲੱਗਿਆ ਮੈਨੂੰ ਹੁਣ ਕਿਰਪਾ ਕਰੋ ਸਤਿਗੁਰੂ ਜੀ ਮੇਰੇ 'ਤੇ, ਮੇਰੀ ਮੁਕਤੀ ਕਰ ਦਿਓ, ਮੈਂ ਜਨਮ ਮਰਨ ਦੇ ਗੇੜ ਦੇ ਵਿੱਚ ਨਾ ਪਵਾਂ। ਜਹਾਂਗੀਰ ਕਹਿਣ ਲੱਗਿਆ ਬਾਦਸ਼ਾਹ ਇਹ ਨਹੀਂ ਮੈਂ ਕਰ ਸਕਦਾ, ਮੈਂ ਤਾਂ ਤੈਨੂੰ ਦੁਨੀਆ ਦੇ ਸੁੱਖ ਦੇ ਸਕਦਾ, ਪੈਸਾ ਦੇ ਸਕਦਾ, ਧਨ ਦੇ ਸਕਦਾ, ਮੁਕਤੀ ਮੈਂ ਤੇਰੀ ਨਹੀਂ ਕਰ ਸਕਦਾ। ਮੁਕਤੀ ਦੇ ਦਾਤੇ ਉਹ ਅੱਗੇ ਡੇਰਾ ਲੱਗਿਆ ਉਹਨਾਂ ਦਾ, ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ। ਫਿਰ ਉਸ ਨੂੰ ਪਤਾ ਲੱਗਾ ਵੀ ਸੱਚਾ ਪਾਤਸ਼ਾਹ ਮਹਾਰਾਜ ਜੀ ਨੂੰ ਕਿਉਂ ਕਹਿੰਦੇ ਹਨ। ਸਿੱਖ ਨੇ ਟਕਾ ਚੱਕਿਆ ਅਤੇ ਜਾ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਸੋ ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ ਜਿਹੜਾ, ਬਾਕੀ ਸਭ ਦੁਨੀਆ ਦੇ ਬਾਦਸ਼ਾਹ ਕੂੜੇ ਹਨ, ਝੂਠੇ ਹਨ। ਉਹ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ਵਾਹਿਗੁਰੂ, ਹੋਰ ਵਿਚੋਲਿਆਂ ਪਖੰਡੀਆਂ ਦੀ ਲੋੜ ਨਹੀਂ ਰਹਿੰਦੀ। ਫਿਰ ਭਾਵ ਹੇ ਸ਼ੇਖ ਜੀ, ਉਹ ਵਾਹਿਗੁਰੂ ਐਸੀ ਗੁਣਵੰਤੀ ਗਿਆਨਵਾਨ ਸੁਹਾਗਣ ਰੂਪ ਸਖੀਆਂ ਨੂੰ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ।